ਸ਼ਲੋਕ ਇਹ ਹੁਣ ਜਦੋਂ ਸੰਪੂਰਨਤਾ ਦੇ ਨੇੜੇ ਆ ਜਾਂਦੀ ਗੱਲ ਤਾਂ ਫਿਰ ਆਪਣੇ ਵੱਲੋਂ ਇੱਕ ਨਿਮਰਤਾ ਭਰੀ ਬੇਨਤੀ ਕਰਦੇ ਹਮੇਸ਼ਾ ਪੰਚਮ ਪਾਤਸ਼ਾਹ ਸਿਖਾਉਂਦੇ ਨੇ। ਜਿਵੇਂ ਸਤਿਗੁਰੂ ਜੀ ਦਾ ਸਾਰਾ ਸਰੂਪ ਉਚਾਰ ਕੇ ਕਿਹਾ, ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀਤੋਈ, ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਈ ਹੋਈ। ਇੱਥੇ ਵੀ ਹੁਣ 52 ਅੱਖਰੀ ਦੀ ਨੇੜੇ ਤੇੜੇ ਸੰਪੂਰਨਤਾ ਹੋਣ ਕਰਕੇ 54ਵਾਂ ਸ਼ਲੋਕ ਤੇ ਪੌੜੀ, 55ਵਾਂ ਫਿਰ ਅੱਗੇ, ਫਿਰ ਆ ਕੇ ਗੁਰਦੇਵ ਮਾਤਾ ਗੁਰਦੇਵ ਪਿਤਾ। ਤੋ ਅੱਜ ਦਾ ਇਹ 54ਵਾਂ ਸ਼ਲੋਕ ਜਿਹੜਾ ਹੈ ਇਹ ਕਹਿੰਦੇ ਨੇ ਬੇਨਤੀ ਇਸ ਤਰ੍ਹਾਂ। ਸ਼ਲੋਕ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ। ਕਿਰਪਾ ਦੇ ਨਿਧ ਖਜ਼ਾਨੇ, ਕਿਰਪਾ ਦੇ ਸਮੁੰਦਰ, ਹੈ ਦਇਆ ਦੇ ਘਰ ਵਾਹਿਗੁਰੂ, ਅਸੀਂ ਆਪ ਜੀ ਦੀ ਸ਼ਰਨ ਨੂੰ ਆ ਕੇ ਪ੍ਰਾਪਤ ਹੋਏ ਹਾਂ। ਸ਼ਰਨ ਆ ਗਤੀ, ਗਤੀ ਹੋਣਾ ਪ੍ਰਾਪਤ ਹੋਣਾ, ਸਰਨਾਗਤੀ ਇਕੱਠਾ ਕਰ ਦਿੱਤਾ ਹੈ ਇਹਨੂੰ। ਅਸੀਂ ਆਪ ਦੀ ਸ਼ਰਨ ਨੂੰ ਪ੍ਰਾਪਤ ਹੋਏ ਹਾਂ, ਆਪ ਦੀ ਸ਼ਰਨ ਵਿੱਚ ਆਏ ਹਾਂ। ਇਹ ਕਿਰਪਾ ਦੇ ਸਮੁੰਦਰ ਸਾਡੇ ਤੇ ਕਿਰਪਾ ਕਰੋ। ਕਹਿੰਦੇ ਕੀ ਚਾਹੁੰਦਾ ਹੈ ਭਾਈ? ਮਹਾਰਾਜ ਮੈਂ ਕੁਛ ਨਹੀਂ ਚਾਹੁੰਦਾ ਹੋਰ, ਏਕ ਅੱਖਰ ਹਰ ਮਨ ਬਸਤ। ਏਕ ਅੱਖਰ ਕਿਹੜਾ? ਹਰ 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 ਹਰ, ਇਹ ਅੱਖਰ ਵਾਹਿਗੁਰੂ ਵਾਹਿਗੁਰੂ ਨਾਮ ਤੇਰਾ। ਏਕ ਅੱਖਰ ਹਰ ਮਨ ਬਸਤ, ਮੇਰੇ ਮਨ ਦੇ ਅੰਦਰ ਵਸ ਜਾਵੇ। ਵਸ ਮੇਰੇ ਪਿਆਰਿਆ, ਵਸ ਮੇਰੇ ਗੋਬਿੰਦਾ, ਹਰ ਕਰ ਕਿਰਪਾ ਮਨ ਵਸ ਜੀਓ। ਮੈਂ ਚਾਹੁੰਦਾ ਕਿ ਮੇਰੇ ਹਿਰਦੇ ਦੇ ਅੰਦਰ ਆਪ ਦਾ ਨਾਮ ਵਸ ਜਾਵੇ, ਸਾਰਾ ਕੁਝ ਖਤਮ ਹੋ ਜਾਵੇ ਮੇਰੇ ਹਿਰਦੇ ਚੋਂ, ਇੱਕ ਨਾਮ ਵਸ ਜਾਵੇ। ਨਾਨਕ ਹੋਤ ਨਿਹਾਲ, ਜਿਸ ਕਰਕੇ ਮੈਂ ਨਿਹਾਲ ਨਿਹਾਲ ਹੋ ਜਾਵਾਂ। ਪੌੜੀ ਅੱਖਰ ਮਹਿ ਤ੍ਰਿਭਵਨ ਪ੍ਰਭ ਧਾਰੇ। ਮਹਾਰਾਜ ਕਹਿੰਦੇ ਇਹ ਸਾਰੀ ਦੁਨੀਆ ਅੱਖਰਾਂ ਦੇ ਵਿੱਚ ਹੈ, ਲੇਖਾਂ ਦੇ ਵਿੱਚ ਹੈ। ਅੱਖਰਾਂ ਦੇ ਵਿੱਚ ਵੀ ਹੈ, ਲੇਖਾਂ ਦੇ ਵਿੱਚ ਵੀ ਹੈ, ਦੋਨੋਂ ਗੱਲਾਂ ਹੀ ਨੇ। ਇਹ ਅੱਖਰ ਦੋਨੋਂ ਪਾਸੇ ਹੀ ਲੱਗਦੇ ਨੇ। ਅੱਖਰੀ ਨਾਮ, ਅੱਖਰੀ ਸਾਲਾਹ, ਅੱਖਰੀ ਗਿਆਨ ਗੀਤ ਗੁਣ ਗਾ, ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾਣ। ਪਰ ਕਹਿੰਦੇ ਜਿਨ ਇਹ ਲਿਖੇ ਤਿਸ ਸਿਰ ਨਾ ਹੈ। ਜਿਹਨੇ ਲਿਖੇ ਨੇ ਉਹਦੇ ਸਿਰ ਤੇ ਕੋਈ ਲੇਖ ਨਹੀਂ ਹੈ। ਜਿਵ ਫਰਮਾਏ ਤਿਵ ਤਿਵ ਪਾਹ। ਇੱਥੇ ਵੀ ਉਹੀ ਬਚਨ ਕਰਦੇ ਨੇ ਕਿ ਅੱਖਰ ਦੇ ਵਿੱਚ ਹੀ ਤਿੰਨੇ ਭਵਨ ਧਾਰਨ ਕੀਤੇ ਨੇ, ਬਣਾਏ ਨੇ, ਧਾਰੇ। ਕਿਹੜੇ ਅੱਖਰ ਵਿੱਚ? ਜਦੋਂ ਉਹਨਾਂ ਨੇ ਕਿਹਾ ਓੰਕਾਰ ਤਾਂ ਸ੍ਰਿਸ਼ਟੀ ਬਣ ਗਈ। ਓੰਕਾਰ ਕਹਿ ਕੇ ਸ੍ਰਿਸ਼ਟੀ ਬਣਾਈ ਹੈ, ਪਰ ਆਪ ਅੱਖਰ ਤੋਂ ਬਾਹਰ ਨੇ। ਅਥਵਾ ਕਿਉਂਕਿ ਅੱਖਰ ਜਿਹੜਾ ਹੈ ਨਾਸਵੰਤ ਹੈ। ਜੇ ਭਗਤ ਕਬੀਰ ਜੀ ਦੀ 52 ਅੱਖਰੀ ਚ ਆਇਆ, ਇਹ ਅੱਖਰ ਖਿਰ ਜਾਹੇਂਗੇ ਓਏ ਅਖਰ ਇਨ ਮਹਿ ਨਾਹੇ। ਉਹ ਖਰਨ ਤੋਂ ਰਹਿਤ ਪ੍ਰਮਾਤਮਾ, ਨਾਸ ਤੋਂ ਰਹਿਤ ਹੈ। ਇਹ ਅੱਖਰ ਦਾ ਨਾਸ ਹੋ ਸਕਦੇ ਨੇ। ਕਿਉਂ ਤਾਂ ਮਹਾਰਾਜ ਦੇ ਸਰੂਪ ਕਿੰਨੇ ਬਿਰਧ ਹੁੰਦੇ ਨੇ, ਕਿੰਨੇ ਆਪਾਂ ਸੰਸਕਾਰ ਕਰਦੇ ਹਾਂ, ਪਰ ਉਹ ਨਾਸ ਤਾਂ ਨਹੀਂ ਹੁੰਦਾ ਕੁਛ, ਉਹ ਤਾਂ ਉਸੇ ਤਰ੍ਹਾਂ ਹੀ ਰਹਿੰਦਾ ਸਾਰਾ ਕੁਛ। ਉਹਨੂੰ ਕੌਣ ਨਾਸ ਕਰ ਸਕਦਾ? ਕੌਣ ਸਾੜ ਸਕਦਾ? ਕੌਣ ਕੱਟ ਸਕਦਾ ਹੈ? ਕੌਣ ਕੁਛ ਨਹੀਂ ਕਰ ਸਕਦਾ ਕੋਈ ਵੀ। ਇਹ ਠੀਕ ਹੈ ਕਿ ਉਹ ਅੱਖਰਾਂ ਦਾ ਸੰਸਕਾਰ ਹੋ ਗਿਆ, ਪਰ ਉਹ ਤਾਂ ਸਲਾਮਤ ਨੇ ਉਸੇ ਤਰ੍ਹਾਂ ਹੀ। ਇਸ ਕਰਕੇ ਕਹਿੰਦੇ ਅੱਖਰ ਨਾਸਵੰਤ ਨੇ ਸੰਸਾਰ ਦੇ, ਪਰ ਉਹ ਨਹੀਂ। ਇਸ ਕਰਕੇ ਇੱਥੇ ਬੇਨਤੀ ਕਰਦੇ ਨੇ ਅੱਖਰ ਮੈਂ ਤੇਰੇ ਭਵਨ ਪ੍ਰਭ ਧਾਰੇ। ਅੱਖਰ ਕਰ ਕਰ ਵੇਦ ਵਿਚਾਰੇ। ਵੇਦਾਂ ਦੀ ਜਿਹੜੀ ਵਿਚਾਰ ਹੈ ਜਾਂ ਵੇਦਾਂ ਦਾ ਲਿਖਣਾ ਹੋਇਆ ਹੈ, ਇਹ ਵੀ ਅੱਖਰਾਂ ਕਰਕੇ ਹੀ ਹੋਇਆ ਹੈ। ਅੱਖਰਾਂ ਨਾਲ ਹੀ ਵੇਦ ਲਿਖੇ ਨੇ। ਅੱਖਰ ਸ਼ਾਸਤਰ ਸਿਮਰਤ ਪੁਰਾਨਾ, ਸ਼ਾਸਤਰ 27 ਸਿਮਰਤੀਆਂ ਜਿਹੜੀਆਂ ਨੇ, ਇਸ 6 ਸ਼ਾਸਤਰ ਨੇ, 27 ਸਿਮਰਤੀਆਂ, ਸਾਰੀਆਂ ਪੁਰਾਣ 18। ਇਹ ਤਾਂ ਅੱਖਰਾਂ ਕਰਕੇ ਹੀ ਨੇ। ਅੱਖਰ ਲਿਖੇ ਨੇ ਤਾਈਆਂ ਤਾਂ ਸ਼ਾਸਤਰ ਬਣੇ ਨੇ। ਅੱਖਰ ਨਾਦ ਕਥਨ ਵਖਿਆਨਾ। ਅੱਖਰਾਂ ਨਾਲ ਹੀ ਨਾਦ ਹੁੰਦਾ, ਕੀਰਤਨ। ਅੱਖਰਾਂ ਵਿੱਚ ਹੀ ਬੋਲਿਆ ਜਾਂਦਾ ਸੰਗੀਤ, ਉਹਨਾਂ ਦਾ ਵਿਵਰਣ, ਉਹਨਾਂ ਦੀਆਂ ਲਿਪੀਆਂ। ਫਿਰ ਕਥਨ ਕਰਨਾ, ਇਹ ਵੀ ਤਾਂ ਅੱਖਰਾਂ ਵਿੱਚ ਹੀ ਹੁੰਦਾ। ਵਖਿਆਨ ਕਰਨੇ ਵੀ ਤਾਂ ਅੱਖਰਾਂ ਵਿੱਚ ਹੀ ਹੁੰਦੇ ਨੇ। ਅੱਖਰ ਮੁਕਤ ਜੁਗਤ ਭੈ ਭਰਮਾ। ਮੁਕਤੀ ਦਾ ਲਿਖਣਾ, ਜੁਗਤੀ ਦਾ ਬਣਨਾ,
ਭੈ ਤੋਂ ਭਾਵ ਡਰ ਤੇ ਭਰਮ, ਇਹ ਸਾਰਾ ਕੁਝ ਅੱਖਰਾਂ ਵਿੱਚ ਹੀ ਲਿਖਿਆ ਜਾਂਦਾ ਹੈ। ਅੱਖਰ ਹੀ ਨੇ ਇਹ ਸਾਰੇ। ਅੱਖਰ ਕਰਮ ਕਿਰਤ ਸੁਚ ਧਰਮ, ਅੱਖਰ ਕਰਕੇ ਲਿਖਦੇ ਆ। ਕਰਮ ਕਿਰਤ ਸੁਚ ਧਰਮ ਇਹ ਸਭ ਅੱਖਰ ਹੀ ਨੇ। ਅੱਖਰਾਂ ਤੋਂ ਬਿਨਾਂ ਇਹ ਗੱਲਾਂ ਲਿਖੀਆਂ ਨਹੀਂ ਜਾਂਦੀਆਂ। ਦ੍ਰਿਸ਼ਟਮਾਨ ਅੱਖਰ ਹੈ ਜੇਤਾ, ਇਹ ਜਿੰਨਾ ਸਾਡਾ ਅੱਖਾਂ ਦੇ ਸਾਹਮਣੇ ਆਉਂਦਾ ਹਰ ਚੀਜ਼ ਅੱਖਰ ਵਿੱਚ ਹੈ। ਦੇਖੋ ਵਾਹਿਗੁਰੂ ਅੱਖਰ ਵਿੱਚ ਨਹੀਂ ਹੈ। ਵਾਹਿਗੁਰੂ ਜਿਹੜਾ ਹੈ ਉਹ ਅਸਲ ਵਿੱਚ ਵਾਹਿਗੁਰੂ ਆਪ ਅੱਖਰ ਵਿੱਚ ਨਹੀਂ। ਇਹ ਤਾਂ ਵਾਹਿਗੁਰੂ ਮੰਤਰ ਹੈ ਨਾ ਜਿਹੜਾ ਆਪਾਂ ਨੂੰ ਮਿਲਿਆ, ਉਹਦੀ ਉੱਥੇ ਤੱਕ ਪਹੁੰਚਣ ਲਈ। ਜਿਵੇਂ ਨਦੀ ਸਮੁੰਦਰ ਤੋਂ ਪਹੁੰਚਣ ਤੋਂ ਪਹਿਲਾਂ ਅਲਕਨੰਦਾ ਚਲਦੀ ਹੋਈ, ਬਰਫ਼ ਦੇ ਵਿੱਚੋਂ ਪਾਣੀ ਨਿਕਲਿਆ, ਪੱਥਰਾਂ ਵਿੱਚ ਦੀ ਹੁੰਦੀ ਹੋਈ, ਡੂੰਘੀ ਹੁੰਦੀ, ਕਦੇ ਟੇਢੀ ਮੇਢੀ ਹੁੰਦੀ, ਕਦੇ ਥੱਲੇ ਝਰਨੇ 'ਚ ਪਾਣੀ ਡਿੱਗਿਆ, ਕਈ ਕੁਛ ਹੁੰਦਾ 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 ਜਦੋਂ ਇਹ ਸਮੁੰਦਰ ਵਿੱਚ ਜਾ ਮਿਲਦੀ ਹੈ ਤਾਂ ਹੁਣ ਕੋਈ ਝਰਨਾ ਨਹੀਂ ਹੈ, ਕੋਈ ਪੱਥਰ ਨਹੀਂ ਹੈ, ਕੋਈ ਮੋੜ ਨਹੀਂ ਹੈ, ਕੋਈ ਡੂੰਘਾਈ ਨਹੀਂ ਹੈ। ਉੱਥੇ ਜਾ ਕੇ ਚੀਜ਼ ਹੀ ਮੁੱਕ ਜਾਂਦੀ ਹੈ। ਉੱਥੇ ਜਾ ਕੇ ਨਦੀ ਦਾ ਨਾਂ ਹੀ ਮਿਟ ਜਾਂਦਾ। ਜਗਿਆਸੂ ਇਸੇ ਤਰ੍ਹਾਂ ਹੀ ਵਾਹਿਗੁਰੂ ਵਾਹਿਗੁਰੂ ਜਪਦਾ ਜਪਦਾ ਜਦੋਂ ਵਾਹਿਗੁਰੂ ਦੇ ਵਿੱਚ ਹੀ ਲੀਨ ਹੋ ਜਾਂਦਾ ਹੈ, ਹੁਣ ਉੱਥੇ ਕਿਹਨੇ ਵਾਹਿਗੁਰੂ ਕਹਿਣਾ? ਕਿਉਂ ਉਹ ਤਾਂ ਉਹਦੇ ਵਿੱਚ ਹੀ ਲੀਨ ਹੋ ਗਿਆ ਜਾ ਕੇ। ਜਿਉਂ ਪਾਣੀ ਸੰਗ ਪਾਣੀ। ਇੱਕ ਵਕਤ ਆਉਂਦਾ ਜਦੋਂ ਗੁਰਮੰਤਰ ਤੋਂ ਵੀ ਉੱਤੇ ਚਲਿਆ ਜਾਂਦਾ ਹੈ। ਸੁਣਨ ਨੂੰ ਚੀਜ਼ਾਂ ਅਜੀਬ ਜਿਹੀਆਂ ਲੱਗਦੀਆਂ ਹੁੰਦੀਆਂ ਨੇ। ਇਹ ਕਈ ਚੀਜ਼ਾਂ ਐਸੀਆਂ ਜੋ ਸੰਗਤ ਵਿੱਚ ਨਹੀਂ ਕਹੀਆਂ ਜਾਂਦੀਆਂ। ਇੰਨਾ ਕੀ ਇਸ਼ਾਰਾ ਸਮਝ ਲਓ ਕਿ ਜਦੋਂ ਤੂੰ ਤੂੰ ਕਰਤਾ ਤੂੰ ਹੁਆ, ਹੁਣ ਮੈਂ ਕਿਹਨੂੰ ਕਹਾਂ ਕਿ ਤੂੰ? ਹੁਣ ਕਿਹਨੂੰ ਕਹਿਣਾ ਕਿ ਮੈਂ ਤਾਂ ਤੂੰ ਹੀ ਬਣ ਗਿਆ ਹਾਂ? ਹੁਣ ਉਹ ਗੱਲ ਹੀ ਖਤਮ ਹੋ ਗਈ ਹੈ। ਉੱਥੇ ਜਾ ਕੇ ਅੱਖਰ ਵੀ ਮਿਟ ਜਾਂਦਾ ਹੈ। ਜਾਪ ਜਪਣ ਵਾਲਾ ਜਾਪ ਮਰੈ, ਅਜੱਪਾ ਮਰੈ, ਸਭ ਕੁਝ ਹੀ ਖਤਮ ਹੋ ਜਾਂਦਾ ਜਾ ਕੇ ਉੱਥੇ। ਉੱਥੇ ਤਾਂ ਸਮਾਪਤੀ ਹੈ, ਬਸ ਮੰਜ਼ਿਲ ਪਹੁੰਚ ਗਿਆ ਉੱਥੇ। ਇਸ ਕਰਕੇ ਮਹਾਰਾਜ ਕਹਿੰਦੇ ਉਹ ਬ੍ਰਹਮ ਦੇ ਵਿੱਚ ਅੱਖਰ ਨਹੀਂ ਹੈ, ਉਹ ਅੱਖਰ ਤੋਂ ਮੁਕਤ ਹੈ, ਉਹ ਲੇਖਾਂ ਤੋਂ ਰਹਿਤ ਹੈ। ਇਹ ਵੀ ਸਾਰੇ ਅੱਖਰ ਆਪਾਂ ਨੇ ਆਪ ਬਣਾਏ ਨੇ, ਇਤਿਹਾਸ ਨੇ ਬਣਾਏ ਨੇ, ਦੇਵਤਿਆਂ ਨੇ ਬਣਾਏ ਨੇ, ਜਾਂ ਸਤਿਗੁਰਾਂ ਨੇ ਸਾਨੂੰ ਇੱਕ ਸਮਝਾਉਣ ਲਈ ਅੱਖਰ ਬਣਾਏ ਨੇ। ਪਰ ਵਾਸਤਵ ਦੇ ਵਿੱਚ ਉਹ ਅੱਖਰ ਰੂਪ ਨਹੀਂ ਹੈ, ਉਹ ਨਾਸ ਤੋਂ ਰਹਿਤ ਹੈ। ਕਿਉਂਕਿ ਇਹ ਅੱਖਰ ਫੇਰ ਵੀ ਨਾਸਵੰਤ ਨੇ, ਇਹ ਅੱਖਰ ਫੇਰ ਵੀ ਮਿਟ ਜਾਣ ਵਾਲੇ ਨੇ। ਦ੍ਰਿਸ਼ਟਮਾਨ ਅੱਖਰ ਹੈ ਜੇਤਾ, ਜਿੰਨਾ ਵੀ ਦ੍ਰਿਸ਼ਟਮਾਨ ਹੈ ਇਹ ਸਾਰਾ ਕੁਝ ਨਾਸਵੰਤ ਹੈ। ਕੱਲ ਸ਼ਾਮ ਦੀ ਕਥਾ ਵਿੱਚ ਬਿਲਕੁਲ ਇਹੀ ਪ੍ਰਸੰਗ ਆਇਆ ਸੀ ਕਿ ਜਿੰਨਾ ਕੁਝ ਹੈ ਉਹ ਨਾਸਵੰਤ ਹੈ। ਜੋ ਨਾਸਵੰਤ ਹੈ ਸੋ ਉਹਦੀ ਆਰਾਧਨਾ ਕਿਉਂ ਕਰਨੀ ਹੈ? ਜੋ ਵਾਹਿਗੁਰੂ ਅਬਿਨਾਸ਼ੀ ਹੈ ਉਸੇ ਦੀ ਆਰਾਧਨਾ ਕਰਨੀ ਹੈ। ਨਾਨਕ ਪਾਰ ਬ੍ਰਹਮ ਨਿਰਲੇਪਾ, ਮਹਾਰਾਜ ਕਹਿੰਦੇ ਉਹ ਪਾਰ ਬ੍ਰਹਮ ਵਾਹਿਗੁਰੂ ਨਿਰਲੇਪ ਹੈ, ਸਾਰਿਆਂ ਤੋਂ ਨਿਰਲੇਪ ਹੈ। ਉਹ ਤਾਂ ਸਾਡੇ ਅੱਖਰਾਂ ਤੋਂ ਵੀ ਬਾਹਰ ਹੈ। ਇਸ ਕਰਕੇ ਕਿਉਂਕਿ ਆਪਾਂ ਤਾਂ ਹਲੇ ਬੈਠੇ ਹੀ ਬਹੁਤ ਥੱਲੇ ਜਿਹੇ ਆਂ। ਇੰਨੀ ਉੱਚੀ ਅਵਸਥਾ ਤਾਂ ਸਤਿਗੁਰੂ ਦੀ ਹੈ ਜਾਂ ਬ੍ਰਹਮ ਗਿਆਨੀ ਦੀ ਹੈ। ਆਪਾਂ ਤਾਂ ਇਹਨੂੰ ਪ੍ਰਸੰਗ ਨੂੰ ਛੇੜੀਏ ਨਾ ਤਾਂ ਚੰਗਾ, ਕਿਉਂਕਿ ਆਪਾਂ ਤਾਂ ਹਲੇ ਬੈਖਰੀ ਬਾਣੀ 'ਚ ਹੀ ਬੈਠੇ, ਮੂੰਹ ਵਾਲੀ 'ਚ ਹੀ ਬੈਠੇ ਹਾਂ। ਤਾਂ ਵਾਹਿਗੁਰੂ 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 ਮੂੰਹ ਨਾਲ ਵੀ ਔਖਾ ਹੀ ਹੁੰਦਾ। ਕਿੱਥੇ ਕੰਠ ਵਿੱਚ ਜਾਪ ਹੋਣਾ, ਹਿਰਦੇ 'ਚ ਹੋਣਾ, ਧੁੰਨੀ 'ਚ ਹੋਣਾ, ਅਰੋਮਾ 'ਚ ਹੋਣਾ, ਵਿਆਪਕ ਦਿਖਣਾ, ਦਿਖਦਿਆਂ ਦਿਖਦਿਆਂ ਲੀਨ ਹੋਣਾ। ਤੇ ਬਹੁਤ ਉੱਚੀ ਅਵਸਥਾ ਹੈ ਇਹ ਤਾਂ। ਇੰਨਾ ਕੁ ਜਾਣ ਲਓ ਕਿ ਉਹ ਵਾਹਿਗੁਰੂ ਇਹਨਾਂ ਅੱਖਰਾਂ ਵਿੱਚ ਨਹੀਂ, ਅੱਖਰਾਂ ਤੋਂ ਬਾਹਰ ਹੈ। ਅੱਖਰ ਇੱਕ ਐਸਾ ਰੂਪ ਬਣ ਜਾਂਦਾ ਹੈ ਕਿ ਅੱਖਰ ਨੂੰ ਆਪਾਂ ਆਮ ਦੁਨੀਆ ਵਿੱਚ ਰੋਜ਼ ਵਰਤਦੇ ਹਾਂ, ਉਹ ਕਿੱਧਰ ਨੂੰ ਚਲਿਆ ਜਾਂਦਾ ਹੈ। ਸੋ ਇਸ ਕਰਕੇ ਅੱਖਰ ਜਿਹੜਾ ਹੈ, ਅੱਖਰ ਤੋਂ ਹੀ ਸਾਰਾ ਕੁਝ ਬਣਦਾ ਹੈ। ਅੱਖਰ ਤੋਂ, ਓੰਕਾਰ ਤੋਂ ਜਿਵੇਂ ਆਕਾਰ ਬਣਿਆ, ਇਹੀ ਓੰਕਾਰ ਵਿੱਚ ਲੀਨ ਹੋ ਜਾਂਦਾ। ਆ ਤੇ ਓ ਤੇ ਮਾ ਤੇ ਕਾਰ ਤੇ ਚੰਦ, ਇਹ ਉਤਲੀ, ਇਹ ਸਾਰੀਆਂ ਚੀਜ਼ਾਂ ਇੱਕ ਦੂਜੇ ਵਿੱਚ ਲੀਨ ਹੋ ਜਾਂਦੀਆਂ। ਆ ਓ ਮਾ ਓਮ ਜਿਹੜਾ ਹੈ, ਓੰਕਾਰ ਜੋ, ਇਹ ਸਾਰਾ ਇੱਕ ਦੂਜੇ 'ਚ ਲੀਨ ਹੋ ਕੇ ਫਿਰ ਵਾਪਸ ਸ੍ਰਿਸ਼ਟੀ ਸਮਾ ਜਾਂਦੀ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਇੰਨਾ ਜ਼ਰੂਰ ਜਾਣ ਲਓ ਕਿ ਉਹ ਵਾਹਿਗੁਰੂ ਬਿਲਕੁਲ ਹੀ ਨਿਆਰਾ ਹੈ।
ਅੱਖਰਾਂ ਤੋਂ ਵੀ ਰਹਿਤ ਹੈ, ਰੰਗ ਤੋਂ ਵੀ ਰਹਿਤ ਹੈ, ਰੂਪ ਤੋਂ ਵੀ ਰਹਿਤ ਹੈ। ਹਰ ਪੱਖੋਂ ਹੀ ਨਿਆਰਾ ਵਾਹਿਗੁਰੂ ਜੋ ਹੈ, ਸਿਰਫ ਪ੍ਰਕਾਸ਼, ਉਹ ਪ੍ਰਕਾਸ਼ ਵੀ ਮਾਇਆ ਹੈ ਅਸਲ ਵਿੱਚ। ਇਹ ਟੌਪਿਕ ਛੇੜਨਾ ਨਹੀਂ ਚਾਹੀਦਾ ਸੰਗਤ ਵਿੱਚ, ਕਿਉਂਕਿ ਫਿਰ ਤੁਸੀਂ ਹੋਰ ਹਿੱਲ ਜਾਣਾ। ਉਹ ਪ੍ਰਕਾਸ਼ ਵੀ ਨਹੀਂ ਹੈ ਉਹ, ਕਿਉਂਕਿ ਪ੍ਰਕਾਸ਼ ਵੀ ਮਾਇਆ ਹੀ ਕਰਦੀ ਹੈ ਸਾਰਾ, ਉਹ ਸ਼ੁੱਧ ਮਾਇਆ ਕਰਦੀ ਹੈ। ਬ੍ਰਹਮ ਦਾ ਤਾਂ ਆਪਣਾ ਇਤਨਾ ਪਾਰਦਰਸ਼ਕ ਕੰਮ ਹੈ ਕਿ ਉੱਥੇ ਜਾ ਕੇ ਤਾਂ ਜ਼ੁਬਾਨ ਬੰਦ ਹੋ ਗਈ। ਉੱਥੇ ਆਪਾਂ ਕਹਾਂਗੇ ਕਥਨਾ ਕਥੀ ਨ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਮਹਾਰਾਜ ਕਹਿੰਦੇ ਨਾਨਕ ਕਥਨਾ ਕਰੜਾ ਸਾਰ। ਬਸ ਬਈ ਹੁਣ ਇਦੋਂ ਗਾਂ ਨਹੀਂ ਕਥਨ ਕਰ ਸਕਦੇ। ਜਿੰਨੀ ਕੁ ਮਨੁੱਖ ਦੀ ਬੁੱਧੀ ਹੈ ਉੱਥੇ ਤੱਕ ਦੀ ਸੀਮਤ ਗੱਲ ਹੀ ਠੀਕ ਹੈ। ਅੱਗੇ ਜਿਹੜੀ ਅਨੰਤ ਦੀ ਗੱਲ ਹੈ ਉਹ ਤਾਂ ਤੁਸੀਂ ਖੁਦ ਹੀ ਆਪਣੀ ਅਵਸਥਾ ਬਣਾ ਕੇ, ਖੁਦ ਹੀ ਉੱਥੇ ਤੱਕ ਜਾ ਕੇ ਫਿਰ ਉਹਨੂੰ ਦੇਖੋ। ਅਵਸਥਾ ਗੱਲਾਂ ਨਾਲ ਨਹੀਂ ਬਣਨੀ ਭਾਈ, ਅਵਸਥਾ ਸਿਮਰਨ ਦੇ ਨਾਲ ਬਣਨੀ ਹੈ। ਵਾਹਿਗੁਰੂ ਵਾਹਿਗੁਰੂ।